Hello everyone, myself Raman Sharma once again in front of you with a new video that's called a reading module। ਤੇ ਅੱਜ ਜੋ ਮੈਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਇਹ ਫਿਲ ਇਨ ਦਾ ਬਲੈਂਕਸ ਦੀ ਵੀਡੀਓ ਆ ਤੇ ਟੂ ਕਾਈਂਡ ਦੇ ਵਿੱਚ ਫਿਲ ਇਨ ਦਾ ਬਲੈਂਕਸ ਨੇ ਜਿਹੜੇ ਉਹ ਐਡ ਕੀਤੇ ਆ। ਨੰਬਰ 1 ਜਿਹੜੇ ਨਾਰਮਲ ਆਪਾਂ ਨੂੰ ਮਿਲਦੇ ਆ ਸਮਰੀ ਟਾਈਪ ਫਿਲ ਇਨ ਦਾ ਬਲੈਂਕ ਤੇ ਸੈਕੰਡ ਜਿਹੜੇ ਫਿਲ ਇਨ ਦਾ ਬਲੈਂਕਸ ਨੇ ਦੈਟਸ ਕਾਲਡ ਆ ਫਲੋ ਚਾਰਟ ਫਿਲ ਇਨ ਦਾ ਬਲੈਂਕਸ। टोटल अज आप लगभग 7 to 8 मे बी 9 क्वेश्चंस नेगे वो आप करांगे ते टू बी वेरी ऑनेस्ट अज दी वीडियो दे विच मैं अपने प्रॉपर स्किल नु यूज किया प्रॉपर ये टीच किया कि किवें आपां लोकेशन ते जा सकते हैं क्योंकि बहुत सारे बच्चों ने प्रॉब्लम आउंदी आ कि वो लोकेशन ते चल जाते हैं पर एक्यूरेट उन्होंने वर्ड नहीं मिलता। तो अज दी मैं जो वीडियो बनाउण लग्या इहदे च मैं प्रॉपर टीच किया कि तुसीं एक्यूरेट वर्ड नु किवें फाइंड आउट कर सकते हो ते प्रॉपरली किस तरीके नाल अपने आंसर्स नु एक्यूरेट तरीके नाल सही कर सकते होगे। ਤੇ ਜੇਕਰ ਕਿਸੇ ਵੀ ਬੱਚੇ ਦਾ ਟਾਰਗੇਟ ਜਿਹੜਾ 9 ਹੈ 8.5 ਹੈ ਵਾਟਐਵਰ ਜੇ ਕਿਸੇ ਰਿਕੁਆਇਰਮੈਂਟ ਤੇ ਜਰਨਲ ਹੈ ਚਾਹੇ ਐਕੈਡੈਮਿਕ ਹੈ ਉਹ ਪ੍ਰੋਪਰ ਬਹੁਤ ਵਧੀਆ ਤਰੀਕੇ ਨਾਲ ਗੇਨ ਕਰ ਸਕਦੇ ਆ। ਤੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਕਾਈਂਡਲੀ ਮੇਰਾ ਚੈਨਲ ਹੈ ਜਿਹੜਾ ਇਹਨੂੰ ਜਰੂਰ ਸਬਸਕ੍ਰਾਈਬ ਕਰੋ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨਾਲ ਆਪਣੇ ਨੇਬਰਸ ਨਾਲ ਇਹਨੂੰ ਸ਼ੇਅਰ ਕਰੋ ਤੇ ਰਮਨ ਅਕੈਡਮੀ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ। ਸੋ ਵਿਦਆਊਟ ਵੇਸਟਿੰਗ ਅ ਟਾਈਮ ਆਪਾਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਲੈਟਸ ਗੋ। ਜਿਵੇਂ ਕਿ ਆਲਰੇਡੀ ਮੈਂ ਤੁਹਾਨੂੰ ਅੱਜ ਦੱਸ ਚੁੱਕਿਆ ਹਾਂਗਾ ਕਿ ਅੱਜ ਦਾ ਸਭ ਤੋਂ ਬੈਸਟ ਚੈਪਟਰ ਹੈ ਜਿਹੜਾ ਆਪਣਾ ਉਹ ਹੈਗਾ ਫਿਲ ਇਨ ਦਾ ਬਲੈਂਕਸ। ਤੇ ਫਿਲ ਇਨ ਦਾ ਬਲੈਂਕਸ ਅੱਜ ਮੈਂ ਤੁਹਾਨੂੰ ਟੂ ਕਾਈਂਡ ਦੀਆਂ ਪੜਾਉਂਗਾ। ਇੱਕ ਹੁੰਦੀਆਂ ਨੇ ਨਾਰਮਲ ਫਿਲ ਇਨ ਦਾ ਬਲੈਂਕਸ ਜਿਹੜੀਆਂ ਆਪਾਂ ਨੂੰ ਜਸਟ ਇੱਕ ਲਾਈਨ ਦੇ ਵਿੱਚ ਹੁੰਦੀਆਂ ਨੇ ਤੇ ਇਹਦੀ ਇੱਕ ਹੋਰ ਕਾਈਂਡ ਹੁੰਦੀ ਹੈਗੀ ਜਿਹੜੀ ਹੁੰਦੀ ਹੈ ਬੱਚੇ ਦੈਟ ਇਜ਼ ਕਾਲਡ ਕਿ ਆਪਣੀਆਂ ਫਲੋ ਚਾਰਟ ਫਿਲ ਇਨ ਦਾ ਬਲੈਂਕਸ ਹੁੰਦੀਆਂ ਨੇ। ਫਲੋ ਚਾਰਟ ਫਿਲ ਇਨ ਦਾ ਬਲੈਂਕਸ ਦਾ ਮਤਲਬ ਕੀ ਹੁੰਦਾ ਹੈਗਾ ਕਿ ਜਿਹੜੀਆਂ ਫਿਲ ਇਨ ਦਾ ਬਲੈਂਕਸ ਆਪਾਂ ਨੂੰ ਸਟੈਪ ਬਾਈ ਸਟੈਪ ਮਤਲਬ ਕਿ ਉਹ ਸਾਰੇ ਨਾ 5-6 ਕੁਐਸਚਨਸ ਹੁੰਦੇ ਆ ਤੇ ਉਹ ਆਪਾਂ ਨੂੰ ਇੱਕੋ ਪੈਰਾਗ੍ਰਾਫ ਦੇ ਵਿੱਚ ਲੱਭ ਜਾਂਦੇ ਆ। ਤਰੀਕਾ ਸਿਖਾਉਂਗਾ ਤੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਹੈ ਜਿਹੜਾ ਬਹੁਤ ਵਧੀਆ ਲੱਗੇਗਾ, ਫੁੱਲ એનર્ਜੀ ਹੋਊਗੀ ਮੇਰੇ ਵੱਲੋਂ ਤੇ ਮੈਂ ਪਰਸਨਲੀ ਚਾਹੂੰਗਾ ਕਿ ਮੇਰੇ ਸਟੂਡੈਂਟ ਵੱਲੋਂ ਵੀ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਜੋ ਫਿਲ ਇਨ ਦਾ ਬਲੈਂਕ ਦੇ ਵਿੱਚ ਕੋਈ ਵੀ ਡਾਊਟ ਨਾ ਰਹੇ। ਮੈਂ ਇਹਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਕਰਦਾ। ਆਇਲਸ ਦੀ ਰੀਡਿੰਗ ਚਾਹੇ ਤੁਸੀਂ 1000 ਰੀਡਿੰਗ ਕਰ ਲਓ ਕੋਈ ਫਾਇਦਾ ਨਹੀਂ ਹੈਗਾ। ਐਕੂਰੇਸੀ ਨਾਲ ਚਾਹੇ ਤੁਸੀਂ 50 ਰੀਡਿੰਗਸ ਕਰ ਲਓ ਇਨਫ ਨੇਗੀਆਂ। 5 ਕਾइंड ਤੋਂ ਬਿਨਾ ਤੁਹਾਨੂੰ ਆਇਲਸ ਦੀ ਰੀਡਿੰਗ ਦੇ ਵਿੱਚ ਕੁਐਸਚਨਸ ਨਹੀਂ ਆਉਂਦੇ ਜਿਨ੍ਹਾਂ ਨੂੰ ਆਪਾਂ ਲਿਸਟ ਆਫ ਹੈਡਿੰਗ ਕਹਿੰਦੇ ਆ, ਫਿਲ ਇਨ ਦਾ ਬਲੈਂਕਸ ਕਹਿੰਦੇ ਆ, ਮੈਚਿੰਗ ਕਹਿੰਦੇ ਆ ਜਾਂ ਨੇਮ ਜਿਹੜੇ ਪੀਪਲ ਦੇ ਮੈਚ ਕਰਨੇ ਹੁੰਦੇ ਆ, ਟਰੂ ਫਾਲਸ ਜਾਂ ਯੈਸ ਨੋ ਹੁੰਦੇ ਤੇ ਲਾਸਟ ਤੇ MCQ। ਇਹਨਾਂ ਤੋਂ ਬਿਨਾ ਤੁਹਾਨੂੰ ਕੋਈ ਵੀ ਚੀਜ਼ ਪੇਪਰ ਦੇ ਵਿੱਚ ਨਹੀਂ ਆਉਂਦੀ ਹੈਗੀ। ਮੈਂ ਕੱਲ ਇੱਕ ਵੀਡੀਓ ਅਪਲੋਡ ਕੀਤਾ ਲਿਸਟ ਆਫ ਹੈਡਿੰਗ ਦਾ, ਜੇ ਤੁਸੀਂ ਇੱਕ ਵਾਰ ਲਿਸਟ ਆਫ ਹੈਡਿੰਗ ਦੇਖ ਲਿਆ ਤੁਹਾਡਾ ਕਲੀਅਰ ਹੈ, ਮੁੜ ਕੇ ਇਹਨੂੰ ਦੇਖਣ ਦੀ ਲੋੜ ਨਹੀਂ। ਉਸ ਤੋਂ ਬਾਅਦ ਤੁਸੀਂ ਫਿਲ ਇਨ ਦਾ ਬਲੈਂਕ ਦੇਖੋ, ਅਗਲੀ ਵੀਡੀਓ ਮੇਰੀ ਮੈਚਿੰਗ ਤੇ ਹੋਊਗੀ, ਅਗਲੀ ਵੀਡੀਓ ਮੇਰੀ ਯੈਸ ਨੋ ਤੇ ਹੋਊਗੀ ਤੇ ਅਗਲੀ ਵੀਡੀਓ ਮੇਰੀ MCQ ਤੇ ਹੋਊਗੀ। ਤੁਸੀਂ ਮੇਰੀਆਂ 5 ਵੀਡੀਓਜ਼ ਨੂੰ ਅੱਛੇ ਤਰੀਕੇ ਨਾਲ ਦੇਖ ਲਓ। ਆਇਲਸ ਦੀ ਰੀਡਿੰਗ 'ਚ ਪੇਪਰ ਇਸ ਤੋਂ ਬਾਹਰ ਕਦੇ ਵੀ ਨਹੀਂ ਆਉਂਦਾ ਹੈਗਾ। ਅੱਜ ਦੀ ਜੋ ਰੀਡਿੰਗ ਹੈਗੀ ਤੇ ਉਹਦਾ ਨਾਮ ਹੈ ਕੇਵਸ ਹੈ। ਕੇਵਸ ਤਾਂ ਸਾਰਿਆਂ ਨੂੰ ਪਤਾ ਹੈ ਗੁਫਾਵਾਂ। ਜਦੋਂ ਕੇਵਸ ਹੁੰਦੀਆਂ ਨੇ ਜਿਹੜੀਆਂ ਗੁਫਾਵਾਂ ਹੁੰਦੀਆਂ ਨੇ ਇਹ ਉਹਨਾਂ ਦਾ ਨੇਮ ਹੈਗਾ। ਇੰਗਲਿਸ਼ ਦੇ ਵਿੱਚ ਕੇਵਸ ਨੂੰ ਗੁਫਾਵਾਂ ਕਹਿ ਸਕਦੇ ਹਾਂ ਆਪਾਂ। ਡੈਫੀਨੇਟਲੀ ਮੈਂ ਇਹਦਾ ਕਲਰ ਚੇਂਜ ਕਰਤਾ। ਤੇ ਅੱਜ ਆਪਾਂ ਨੂੰ ਕੁਐਸਚਨ ਜਿਵੇਂ ਦਿੱਤੇ ਹੋਏ ਉਹਦੀ ਟਾਈਪ ਹੈਗੀ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਕੁਐਸਚਨ ਨੇ ਜਿਹੜੇ ਬੱਚੇ 1 to 3 ਕੁਐਸਚਨਸ ਨੇਗੇ ਕੰਪਲੀਟ ਦਾ ਸਮਰੀ ਕਰਨੀ ਆ ਤੇ ਇਹ ਆਪਣੇ ਦੇਖੋ ਇਹਨਾਂ ਨੂੰ ਤੁਸੀਂ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਵਨ ਵਰਡ ਓਨਲੀ। ਤਾਂ ਅੱਜ ਮੈਂ ਤੁਹਾਨੂੰ ਇਹ ਸਿਖਾਊਂਗਾ ਕਿ ਕਿਹੜੀਆਂ ਚੀਜ਼ਾਂ ਲੋਕੇਸ਼ਨ ਤੇ ਐਕੂਰੇਟ ਕਿਵੇਂ ਜਾਣਾ। ਕੱਲੀ ਲੋਕੇਸ਼ਨ ਤੇ ਨਹੀਂ ਜਾਣਾ, ਐਕੂਰੇਟ ਵਰਡ ਕਿਵੇਂ ਫਾਈਂਡ ਕਰਨਾ ਹੈ। ਤੇ ਤੁਸੀਂ ਅੱਜ ਦੇਖੋਗੇ ਵੀ ਰਮਨ ਸਰ ਆਹ ਟ੍ਰਿਕ ਜੇ ਅਪਲਾਈ ਕਰੋਗੇ ਕਿਉਂਕਿ ਮੈਨੂੰ ਨਾ ਬਹੁਤ ਸਾਰੇ ਬੱਚਿਆਂ ਦੇ ਕਈ ਵਾਰ ਫੋਨ ਆਉਂਦੇ ਆ, ਮੈਸੇजेस ਆਉਂਦੇ ਆ ਜਾਂ ਜਿਹੜੇ ਮੇਰੇ ਕੋਲੇ ਆਨਲਾਈਨ ਪੜ੍ਹਦੇ ਆ ਉਹ ਇੱਕ ਗੱਲ ਕਹਿੰਦੇ ਕਿ ਸਰ ਤੁਹਾਡੀਆਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਸਾਨੂੰ ਡਾਊਟ ਨਾਮ ਦੀ ਚੀਜ਼ ਹੀ ਨਹੀਂ ਰਹੀ। ਫਿਰ ਨਾ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਕਹਿੰਦੇ ਵੀ ਖੂਨ ਵਧਣਾ, ਤਾਂ ਸੱਚੀ ਗੱਲ ਹੈ ਕਿ ਮੇਰਾ ਖੂਨ ਬਹੁਤ ਵੱਧਦਾ ਹੈ ਜਦੋਂ ਮੇਰੇ ਛੋਟੇ ਭੈਣ ਭਰਾ ਮੇਰੇ ਦੋਸਤ ਮਿੱਤਰ ਮੈਨੂੰ ਐਵੇਂ ਦੀਆਂ ਗੱਲਾਂ ਕਹਿੰਦੇ ਆ ਤੇ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਅੰਦਰ ਇੱਕ ਹੋਰ ਇੱਕ ਐਵੇਂ ਦੀ ਕਲਾ ਪੈਦਾ ਕਰਾਂ ਤਾਂ ਜੋ ਮੇਰੇ ਸਟੂਡੈਂਟ ਜਿੰਨੇ ਵੀ ਮੇਰੇ ਵੀਡੀਓ ਦੇਖਦੇ ਆ ਉਹਨਾਂ ਨੂੰ ਬਹੁਤ ਐਕੂਰੇਸੀ ਨਾਲ ਜਿਹੜੇ ਆਨਸਰਸ ਨੇ ਉਹ ਲੱਭਣੇ ਸ਼ੁਰੂ ਹੋ ਜਾਣ। ਤੇ ਕਿਸੇ ਵੀ ਮੈਂ ਕਹਿੰਦਾ ਹਰੇਕ ਦੇ ਮਾਪਿਓ ਦੀ ਇੱਕ ਆਸ ਹੁੰਦੀ ਹੈ ਆਪਣੇ ਬੱਚੇ ਤੇ, ਤਾਂ ਆਇਲਸ ਦਾ ਪੇਪਰ ਬਹੁਤ ਬੱਚੇ ਇੱਕ ਆਸ ਲਈ ਬੈਠੇ ਆ ਤੇ ਮੈਂ ਟਰਾਈ ਕਰੂੰਗਾ ਕਿ ਮੈਂ ਜਿੰਨਾ ਵਧੀਆ ਪੜ੍ਹਾਵਾਂ ਤੇ ਫਸਟ ਅਟੈਂਪਟ ਦੇ ਵਿੱਚ ਮੇਰਾ ਬੱਚਾ ਪੇਪਰ ਦਾ ਸਕੋਰ ਕਲੀਅਰ ਕਰ ਲੇ। ਤਾਂ ਆਓ ਅੱਜ ਦੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਸਟਾਰਟ ਦੇਖੋ ਕੁਐਸਚਨ ਕੀ ਕੀਤਾ ਹੋਇਆ। देयर आर सेवरल ऑफ caves with the most common and largest being located in limestone or marble। ਹੁਣ ਮੈਂ ਤੁਹਾਨੂੰ ਇੱਕ ਸਕੀਮ ਦਿੰਦਾ, ਤਰੀਕਾ ਸਿਖਾਉਣਾ, ਮੈਨੂੰ ਕਲਰ ਚੇਂਜ ਕਰ ਦੇਣਾ ਉਹਨਾਂ ਦੇ। ਦੇਖੋ ਕੀਵਰਡ ਮੰਨ ਕੇ ਚਲੋ ਇੱਕ ਮੈਂ ਲਾਈਮਸਟੋਨ ਤੇ ਮਾਰਬਲ ਦੇਖਣਾ ਹੈ, ਕਿਤੇ ਮੈਨੂੰ ਲਾਰਜੈਸਟ ਮਿਲ ਜੇ, ਲਾਰਜੈਸਟ ਇਹ ਵੀ ਮੇਰਾ ਕੀਵਰਡ ਹੋ ਸਕਦਾ ਹੈ, ਮੋਸਟ ਕਾਮਨ ਵੀ ਹੋ ਸਕਦਾ ਜਿਹੜਾ ਆਮ ਤੌਰ ਤੇ ਹੁੰਦਾ ਹੈ ਨਾ। ਸੈਵਰਲ ਹੁੰਦੇ ਨੇ, ਜਦੋਂ ਸੈਵਰਲ ਵਰਡ ਹੈ ਨਾ ਕਈ ਤਰ੍ਹਾਂ ਦੇ
ਸੈਵਰਲ ਕਾਊਂਟਿੰਗ ਲਈ ਆਉਂਦਾ ਹੁੰਦਾ ਹੈਗਾ, ਠੀਕ ਹੈ। ਸੈਵਰਲ ਕੇਵਸ, ਗੁਫਾਵਾਂ। ਮੈਂ ਜਿੰਨੇ ਵਰਡ ਰੈਡ ਕੀਤੇ ਆ ਨਾ, ਮੈਨੂੰ ਲੋਕੇਸ਼ਨ ਦੇ ਉੱਤੇ ਜਿੱਥੇ ਇੱਕੋ ਲਾਈਨ ਦੇ ਵਿੱਚ ਮੈਨੂੰ ਇਹ ਸਾਰੇ ਵਰਡਸ ਮਿਲ ਗਏ, ਮੇਰਾ ਆਨਸਰ ਉੱਥੇ ਹੋਊਗਾ। ਦੈਟਸ ਇਟ, ਹੋਰ ਕੁਝ ਵੀ ਨਹੀਂ। ਆਓ ਲਭਾ ਕੇ ਦੇਖਦੇ ਹਾਂ। ਆਪਾਂ ਦੇਖਿਆ ਵੀ ਦੇਰ ਆਰ ਸੈਵਰਲ ਆਫ ਕੇਵਸ ਵਿਦ ਦ ਮੋਸਟ ਕਾਮਨ ਐਂਡ ਲਾਰਜੈਸਟ ਬੀਂਗ ਲੋਕੇਟਡ ਇਨ ਲਾਈਮਸਟੋਨ ਤੇ ਮਾਰਬਲ। ਜਿੱਥੇ ਲਾਈਮਸਟੋਨ ਮਾਰਬਲ ਮਿਲ ਜੇ, ਲਾਰਜੈਸਟ ਮਿਲ ਜੇ, ਮੋਸਟ ਕਾਮਨ ਮਿਲ ਜੇ, ਕੇਵਸ ਮਿਲ ਜੇ, ਸੈਵਰਲ ਮਿਲ ਜੇ। ਕਈ ਵਾਰ ਇਹਨਾਂ ਦੇ ਆਨਸਰ ਸਿਨੋਨਿਮਸ ਹੁੰਦੇ ਆ। ਸ਼ੁਰੂ ਦੇਖਦੇ ਆਪਾਂ। ਕਹਿੰਦਾ caves are natural underground spaces commonly those into which man can enter। कोई लोकेशन नहीं, कुछ भी नहीं मिला। there are three major types ने ਕਿਹੜੀਆਂ ਨੇਗੀਆਂ? the most wide spread। ਹੁਣ ਤੁਸੀਂ ਇੱਕ ਚੀਜ਼ ਦੇਖੋ, ਵਾਈਡ ਸਪਰੈਡ, ਲਾਰਜੈਸਟ ਦਾ ਸਿਨੋਨਿਮ ਮਿਲ ਗਿਆ ਵਾਈਡ ਸਪਰੈਡ, ਠੀਕ ਹੈ। ਤੇ ਗੱਲ ਕਿਹਦੀ ਹੋ ਰਹੀ ਸੀ? ਕੇਵਸ ਦੀ। ਤਾਂ ਡੈਫੀਨੇਟਲੀ ਆਪਾਂ ਨੂੰ ਜਿਹੜਾ ਵਰਡ ਹੈ ਉਰੇ ਕੇਵਸ ਵੀ ਮਿਲ ਗਿਆ, ਠੀਕ ਹੈ। ਦੋ ਚੀਜ਼ਾਂ। ਐਂਡ ਐਕਸਟੈਂਸਿਵ ਆਰ ਦੋਜ਼ ਡਿਵੈਲਪਡ ਇਨ ਸੋਲਿਬਲ ਰੌਕਸ ਯੂਜ਼ਲੀ ਲਾਈਮਸਟੋਨ ਐਂਡ ਮਾਰਬਲ। ਆ ਜਾਓ ਦੇਖੋ, ਦੱਸ ਰਿਹਾ ਮੈਂ ਤੁਹਾਨੂੰ। ਲਾਈਮਸਟੋਨ ਤੇ ਮਾਰਬਲ ਹੈ ਜਿਹੜਾ, ਉਹ ਵੀ ਮਿਲ ਗਿਆ। ਵਾਈਡ ਸਪਰੈਡ ਮਿਲ ਗਿਆ ਲਾਰਜੈਸਟ ਦਾ। ਜਿੱਥੇ ਆਪਾਂ ਨੂੰ ਉਹ ਦਿੱਤਾ ਸੀਗਾ ਕਾਮਨ, ਤਾਂ ਉਰੇ ਮੇਜਰ, ਨਾਰਮਲ ਆ ਗਿਆ। ਸੇਮ ਦਾ ਸੇਮ ਹੈ ਜਿਹੜਾ, ਆਉਰੇ ਮਿਲ ਗਿਆ ਆਪਾਂ ਨੂੰ। ਹੁਣ ਤੁਸੀਂ ਇਹ ਦੇਖੋ, ਮੇਰੀ ਗੱਲ ਸੁਣੋ। ਹੁਣ ਆਨਸਰ ਤਾਂ ਆਪਾਂ ਨੂੰ ਸ਼ੋਰ ਹੋ ਗਿਆ ਕਿ ਦੇਰ ਤੋਂ ਲੈ ਕੇ ਮਾਰਬਲ ਤੱਕ ਮੇਰਾ ਆਨਸਰ ਇਹਦੇ ਵਿੱਚ ਹੈ। ਬਹੁਤ ਬੱਚੇ ਕਹਿੰਦੇ ਸਰ ਲੋਕੇਸ਼ਨ ਤੇ ਵਗ ਜਾਣੇ ਆ ਪਰ ਆਨਸਰ ਨਹੀਂ ਲੱਭਦਾ। ਆ ਜਾਓ ਮੈਂ ਤੁਹਾਨੂੰ ਤਰੀਕਾ ਦਿਖਾਉਣਾ। ਹੁਣ ਦੇਰ ਆਨਸਰ ਨਹੀਂ ਹੋ ਸਕਦਾ, ਆਰ ਨਹੀਂ ਹੋ ਸਕਦਾ। ਹੁਣ ਬਹੁਤ ਬੱਚਿਆਂ ਨੂੰ ਲੱਗਦਾ ਵੀ ਦੇਰ ਆਰ 3, ਸਰ 3 ਆਨਸਰ ਹੈ। देर आर 3 टाइप्स। ਹੁਣ ਉੱਥੇ ਦੇਖੋ, ਧਿਆਨ ਨਾਲ ਦੇਖੋ। ਜੇ ਆਪਾਂ ਉਰੇ ਦੇਖਦੇ ਆਂਗੇ, ਬਹੁਤ ਬੱਚਿਆਂ ਨੂੰ ਕੀ ਲੱਗ ਰਿਹਾ ਹੋਊਗਾ ਕਿ ਜਿਹੜਾ ਸਾਡਾ ਆਨਸਰ ਹੈ ਵੀ देयर आर सैवरल 3 ऑफ 3 ਤਾਂ ਯੂਜ਼ ਵੀ ਨਹੀਂ ਹੋ ਰਿਹਾ ਨਾ, ਤਰੀਕਾ ਵੀ ਨਹੀਂ ਲੱਗ ਰਿਹਾ। ਤੇ 3 ਤਾਂ ਵੀ ਨਹੀਂ ਆ ਸਕਦਾ ਕਿਉਂਕਿ ਉਰੇ ਪਹਿਲਾਂ ਸੈਵਰਲ ਵਰਡ ਆ ਗਿਆ, ਤੇ ਸੈਵਰਲ ਹਮੇਸ਼ਾ ਕਾਊਂਟਿੰਗ ਲਈ ਵਰਡ ਯੂਜ਼ ਹੁੰਦਾ ਹੈਗਾ। ਤਾਂ ਇਸ ਕਰਕੇ ਰਾਦਰ ਟੂ ਸੈਵਰਲ ਬੱਚੇ ਜਿਹੜਾ ਆਪਣਾ ਐਕੂਰੇਟ ਆਨਸਰ ਹੈ। ਹੁਣ ਮੇਜਰ ਆਨਸਰ ਨਹੀਂ ਆ ਸਕਦਾ, ਆਨਸਰ ਆਪਣਾ ਆ ਗਿਆ ਟਾਈਪਸ। ਮੈਂ ਇਹਦਾ ਕਲਰ ਜਿਹੜਾ ਚੇਂਜ ਕਰਦਾ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਜੇ। ਆਪਣਾ ਐਕੂਰੇਟ ਆਨਸਰ ਹੁਣ ਟਾਈਪਸ ਆਏਗਾ। ਹੁਣ ਤੁਹਾਨੂੰ ਮੈਂ ਇਹ ਵੀ ਦੱਸ ਦੇਣਾ, ਤੁਸੀਂ ਇੱਥੇ ਯੂਜ਼ ਕਰਕੇ ਵੀ ਦੇਖ ਲਓ ਨਾ। ਜੇ ਮੈਂ ਇੱਥੇ ਟਾਈਪਸ ਵਰਡ ਨੂੰ ਯੂਜ਼ ਕਰਦਾ, ਦੇਖਿਆ ਹੁਣ ਇਹਨੂੰ ਪੜ੍ਹ ਕੇ ਦੇਖ ਸਕਦੇ ਆਪਾਂ। TYPES ਟਾਈਪਸ। There are several types of caves with the most common and largest being located in limestone or marble। ਤਾਂ ਆਪਣਾ ਫਸਟ ਆਨਸਰ ਹੈ ਜਿਹੜਾ ਉਹ ਬਿਲਕੁਲ ਸਹੀ ਹੋ ਗਿਆ। ਆਪਾਂ ਨੂੰ ਲੋਕੇਸ਼ਨ ਤੇ ਜਾਣ ਦਾ ਤਰੀਕਾ ਲੱਭ ਗਿਆ। ਹੁਣ ਦੂਜੇ ਨੰਬਰ ਤੇ ਆਪਾਂ ਦੇਖਦੇ ਹਾਂ। ਕੋਸਟਲ ਕੇਵਸ are created in cliffs usually by waves। ਕੋਈ ਚੱਕਰ ਨਹੀਂ। ਹੁਣ ਧਿਆਨ ਰੱਖੋ, ਇਨ ਲਾਵਾ ਫਲੋਜ਼। ਹੁਣ ਮੈਂ ਇਹ ਵਰਡਸ ਨੂੰ ਰੈਡ ਕਰਦਾ ਜਿਹੜੇ ਆਪਣੇ ਕੀਵਰਡ ਨੇ। ਜਿੱਥੇ ਮੈਨੂੰ ਕਿਤੇ ਮਿਲ ਜੇ ਲਾਵਾ ਫਲੋ ਮਿਲ ਜੇ, ਠੀਕ ਹੈ। ਕੋਸਟਲ ਕੇਵਸ ਲੱਭ ਲੈਣੇ ਆਪਾਂ, ਕੋਈ ਨਾ, ਇਹ ਵੀ ਕੀਵਰਡ ਲਈ ਰੱਖ ਲਓ। ਓਕੇ। ਆਊਟਰ ਕਰਸਟਸ ਮਿਲ ਜੇ, ਇਹ ਵੀ ਕੀਵਰਡ ਹੈ ਆਪਣੇ ਕੋਲੇ। that remain once the molten core। ਕਿਉਂਕਿ ਦੇਖੋ ਇਹ ਮੇਨ ਵਰਡ ਸਾਰੇ ਜਿੱਥੇ ਹੋਣਗੇ। has drained away also form dash। drained away ਹੁੰਦਾ ਹੈ ਵਹਿ ਜਾਣਾ। ਹੁਣ ਆਪਾਂ ਕੀ ਦੇਖਿਆ ਕਿ ਜਿੱਥੇ ਮੈਨੂੰ ਲਾਵਾ ਫਲੋ ਦੀ ਟਾਕ, ਆਊਟਰ ਕਰਸਟ ਦੀ ਟਾਕ, ਮੋਲਟਨ ਕੋਰ ਤੇ ਡਰੇਨਡ ਅਵੇ ਆਲਸੋ ਫਾਰਮ। ਕਿਹਦੀ ਫਾਰਮ 'ਚ ਡਰੇਨਡ ਹੁੰਦਾ ਹੈਗਾ। ਤੇ ਆਨਸਰ ਫਿਲ ਇਨ ਦਾ ਬਲੈਂਕ ਦੀ ਸਭ ਤੋਂ ਖਾਸੀਅਤ ਹੁੰਦੀ ਹੈ ਕਿ ਜਿੱਥੇ ਮੰਨ ਕੇ ਚਲੋ ਆਪਣਾ ਮਾਰਬਲ ਤੱਕ ਆਪਾਂ ਨੇ ਪੜ੍ਹ ਲਿਆ, ਇਸ ਤੋਂ ਬਾਅਦ ਹੀ ਆਨਸਰ ਹੋਊਗਾ, ਠੀਕ ਆ। ਆ ਜਾਓ। by underground movement of water on the coast are those formed in cliffs by the concentrated pounding of waves along joints and joints crushed rock। ਹਾਲੇ ਤਾਂ ਕੁਝ ਨਹੀਂ ਮਿਲ ਰਿਹਾ। and a few caves are formed in lava flows। ਆ ਜਾਓ, ਆਪਾਂ ਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਅਸੀਂ ਆ ਗਏ ਲਾਵਾ ਫਲੋ ਕੋਲੇ, ਕਿ ਸਾਨੂੰ ਲੋਕੇਸ਼ਨ ਦੇ ਨੇੜੇ ਤੇੜੇ ਆ। ਵੇਅਰ ਦਾ ਸੋਲੀਡੀਫਾਈਡ ਆਊਟਰ ਕਰਸਟ। ਲਓ ਜੀ, ਹੁਣ ਤਾਂ ਮੈਂ ਕਹਿੰਦਾ ਦਿਮਾਗ ਬਿਲਕੁਲ ਕਲੀਅਰ ਹੋ ਗਿਆ ਕਿ ਸਰ ਸਾਨੂੰ 2 ਕੀਵਰਡ ਮਿਲ ਗਏ। ਇਜ਼ ਲੈਫਟ ਆਫਟਰ ਦਾ ਮੋਲਟਨ ਕੋਰ। ਆ ਚੱਕੋ, ਹੁਣ ਹੋਰ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਕਿ ਆਪਾਂ ਨੂੰ ਕੀਵਰਡ ਆ ਮਿਲ ਗਏ, ਇਕੱਠੇ ਮਿਲ ਗਏ, ਤਾਂ ਲੋਕੇਸ਼ਨ ਤਾਂ ਇਹ ਹੈਗੀ। ਹੈਜ਼ ਡਰੇਨਡ ਅਵੇ ਵੀ ਮਿਲ ਗਿਆ। ਟੂ ਫਾਰਮ ਰਫ ਟਨਲਸ। ਤਾਂ ਡੈਫੀਨੇਟਲੀ ਆਪਣਾ ਜਿਹੜਾ ਲੋਕੇਸ਼ਨ ਹੈਗੀ, ਆਪਾਂ ਨੂੰ ਇਹ ਪਤਾ ਲੱਗੇ ਕਿ ਮੇਰਾ ਆਨਸਰ ਇੱਥੇ ਤੱਕ ਹੈਗਾ, ਕਿਉਂਕਿ ਲਾਵਾ ਫਲੋ ਵੀ ਮਿਲ ਗਿਆ, ਸੋਲੀਡੀਫਾਈਡ ਆਊਟਰ ਕਰਸਟ ਵੀ ਮਿਲ ਗਿਆ, ਮੋਲਟਨ ਕੋਰ ਵੀ ਮਿਲ ਗਿਆ, ਡਰੇਨਡ ਅਵੇ ਉਹਨੂੰ ਕਿਹਾ ਵੀ ਕਿਹਦੀ ਫਾਰਮ 'ਚ ਡਰੇਨਡ ਅਵੇ ਹੁੰਦੇ ਨੇ। ਡਰੇਨਡ ਅਵੇ ਟੂ ਫਾਰਮ ਰਫ। ਹੁਣ ਰਫ ਤਾਂ ਆਨਸਰ ਹੋ ਨਹੀਂ ਸਕਦਾ, ਤਾਂ ਐਕੂਰੇਟ ਆਨਸਰ ਆ ਗਿਆ ਟਨਲਸ ਹੁੰਦੀਆਂ ਨੇ, ਜਿਵੇਂ ਆਪਾਂ ਟਨਲ ਗੁਫਾਵਾਂ ਨੀਚੇ ਹੁੰਦੀ ਹੈ ਨਾ, ਸੁਰੰਗਾਂ ਕਹਿੰਦੇ ਨੇ ਆਪਾਂ ਜਿਹਨਾਂ ਨੂੰ। ਹੁਣ ਧਿਆਨ ਨਾਲ ਦੇਖੋ, ਜੇ ਆਪਾਂ ਉਰੇ ਟਨਲਸ ਪਾਇਆ ਤੇ ਹੁਣ ਤੁਸੀਂ ਇਹਨੂੰ
बोल के भी देख सकते हो कि तुहानू सेंस पता लग जाएगी कि सर एक्यूरेट ही साडा आंसर तुसीं फाइंड आउट करवाता। हुण देखो लोकेशन ते जाण लई मेन मैं कीवर्ड चक्के सीगे जस्ट हैज़ ड्रेनड अवे ऑल्सो फ्रॉम टनल्स, तो एक्यूरेट की आ गया। हुण आपां रफ टनल्स नहीं पा सकते क्योंकि अपने कोले वन वर्ड ओनली है। थर्ड क्वेश्चन थोड़ा डिफरेंट है, ये भी समझो ना। Limestone is to be found all over New Zealand, but not all of the contained caves. While many caves are known, there are large numbers that have yet to be uncovered. The main dash for limestone, ਹੁਣ ਆਪਾਂ ਨੇ ਇਹ ਦੇਖਣਾ ਹੈ the main dash for limestone caves are T-Quity group rocks। ਹੁਣ ਜਿਹੜਾ ਆ T-Quity group rocks ਹੈ, ਜਿੱਥੇ ਇਹ ਹੋ ਗਿਆ, जिथे मेन वर्ड मिल गया लाइमस्टोन केव्स मिल गया, आंसर उत्थे होगा। तो ये भी श्योर है कि जो आंसर है वो इन्हों तो नीचे होगा। आज आप इतने देख रहे हैं, एक वर्ड लभते हैं T-Quity ग्रुप, देखियो वेरी गुड वेरी गुड वेरी गुड। आ न्यूजीलैंड की टॉक आप ऊपर करके मतलब तो नीचे होगा। मैनी केव्स हैव बीन डिस्कवर्ड 100 रिमेन एज द मोस्ट नोटेबल। आ जाओ जी आ जाओ, मतलब कि मैं थोड़ा देवां आलो जी, पहला यदा कलर चेंज कर देना मैं सारे का। लो जी, क्योंकि T-Quity ग्रुप आ पे है तो अपन ये पता लग गया कि लोकेशन इत्थे हैगी, लाइमस्टोन मिल गया, ये भी है, तो केव्स मिल गया, मतलब कि सारा कुछ इत्थे है। द मोस्ट नोटेबल लाइमस्टोन एरियाज फॉर केव्स आर द मैनी हंड्रेड्स ऑफ स्क्वेयर किलोमीटर ऑफ T-Quity ग्रुप। हुण एक गल याद रखियो, आंसर तो जिहड़ा मेरा एक्यूरेट हैगा दैट इज कॉल्ड एरियाज। मैं ये समझाऊंगा भी एरियाज क्यों है, थोड़ा डाउट नहीं रहने दिंदा। हुण उत्थे द मेन उरे के मोस्ट नोटेबल होंगे मोस्ट इंपॉर्टेंट, तो मोस्ट इंपॉर्टेंट का वर्ड आ नहीं सकता है, मतलब कि ना मोस्ट आवे ना नोटेबल आवे। लाइमस्टोन उत्थे दिता ही होया, तो केव्स भी दिता होया, मैनी आंसर कुछ भी नहीं आंसर, तो उरे एरियाज आंसर आऊगा। क्योंकि आ देखो ध्यान नाल देखते हैं आप द मेन, हुण द मेन है तो मेन का मतलब मोस्ट नोटेबल ही होंगे। द मेन एरिया चको द मेन एरिया ऑफ लाइमस्टोन जो भी है, द मेन एरिया फॉर लाइमस्टोन। तेरी सेंस भी इतने अपन बन रही है, तो अपन पता है क्लीयर हो गया। द मेन एरिया फॉर लाइमस्टोन अपना आंसर है। तो एक्यूरेट होना अपना आंसर की आ गया। इन्होंने मैं डिलीट करता क्योंकि टाइप घट हो रहेगा, फाइन इतने आप टाइप कर सकते हैं द मेन एरिया फॉर लाइमस्टोन जो भी है। तो इस करके जो अपना एक्यूरेट आंसर है अपना यदा की आ गया बच्चे एरियाज। फस्ट 3 आपाने फिल इन द ब्लैंक्स किते, करन दा तरीका की देखिया आपाने, सब तो पहला मेन कीवर्ड देखे ते कीवर्ड नाल प्रॉपर लाइन देखी ते आपां उहदे चों एक्यूरेट वर्ड अपना फाइंड आउट कर लिया। ते मैं उम्मीद करूँगा कि तुहानूं समझ आ रहा होना भी आपां किस तरीके नाल इन्हां नूं कर रहे हैं इत्थे। चलो हुण आपां नैक्सट वर्ड देखदे हैं अपने 4 to 8 क्वेश्चन ने। तो ये की है फ्लो चार्ट। तो फ्लो चार्ट की सब तो बड़ी खासियत ये होंगी है कि ये स्टैप बाय स्टैप आता है, होर कुछ भी नहीं है। तो आप देखना है द क्रिएशन ऑफ लाइमस्टोन केव्स, लाइमस्टोन फॉर्म थिक लेयर, जिथे लाइमस्टोन की थिक लेयर की गल हो रही होगी उतों तो मेरे आंसर शुरू होने शुरू हो जाएंगे। अर्थ मूव्स क्रिएटिंग डैश एट पार्टिंग, जो अर्थ मूव करती है डैश क्रिएट करती है। रेन वाटर ट्रिकलिंग डाउन थ्रू द सॉयल एंड डैश इन रॉक, जिथे रेन वाटर की गल हो, ट्रिकलिंग की गल हो, सॉयल की गल हो, डैश इन रॉक होएगा। एसिडिक वाटर लंघ जाऊगा, लाइमस्टोन लंघ जाऊगा, जॉइंट्स लंघ जाएंगे। वंस डैश ओपन, एक बार की चीज़ ओपन होगी वो देखना है। एक्सटेंडेड बाय सैंड पीबल टेकन अलॉन्ग बाय, नाल की लैके जाता है वो देखना है। डैश और सिल्ट एंड पीबल अकमुलेशन चेंजेस स्ट्रीम कोर्स। हुण सब तो पहला मेरा काम है जिथे मैनू किते अर्थ मूव की गल होगी उतों तो आंसर शुरू, तो बाकी सारे आंसर स्टैप बाय स्टैप। क्रिएशन ऑफ लाइमस्टोन केव्स आ जाओ, थोड़ा मैं लभा के दिखाना आंसर किवें लभदे हुंदे आ। लो जी आपां उरे आने अपने आंसर इत्थे तक क्रिएशन लभनी है तो अर्थ मूव आ जाओ आ जाओ आ जाओ, वेरी फाइन। लो जी आ मिल गया वर्ड अर्थ, अर्थ मूवमेंट। उरे तो श्योर हो गए होंगे कि अपना जो लोकेशन अपनी इतों स्टार्ट होगी अर्थ मूवमेंट्स तो, क्योंकि अपना उत्थे दिता होया पहला क्वेश्चन देखिए की है कि जदों कहंदा आ रहा अर्थ मूव करती है तो क्रिएट डैश एट पार्टिंग, की क्रिएट करती है जो अर्थ मूव करती है। आ जाओ हुण तुहानूं मैं लभा के दिखाउणा, देखियो लिखा है ना अर्थ मूवमेंट कॉजेज क्रैक्स अलॉन्ग द पार्टिंग्स, मतलब ध्यान नाल देखो इन्ने च आंसर है। अर्थ मूवमेंट आंसर नहीं आ सकता, कॉजेज आंसर नहीं आ सकता, तो आंसर इको रह गया दैट इज कॉल्ड आ क्रैक्स। जो अर्थ मूव कर दिया तरेड़ा पैंदी ने क्रैक्स होंगे ने, तो इत्थे अपना आंसर की बन गया बच्चे, फोर्थ आंसर अपना आ गया क्रैक्स।
ਰੇਨ ਇਹ ਤੋਂ ਅੱਗੇ ਸਾਰੇ ਸਟੈਪ ਬਾਈ ਸਟੈਪ ਜਾਵਾਂਗੇ ਹੁਣ ਆਪਾਂ। ਦੇਖੋ ਰੇਨ ਵਾਟਰ ਲੱਭਣਾ ਟ੍ਰਿਕਲਿੰਗ ਡਾਊਨ ਥਰੂ ਦਾ ਸੋਇਲ ਐਂਡ ਡੈਸ਼ ਇਨ ਰੌਕਸ। ਆ ਜਾਓ ਇਸ ਤੋਂ ਨੀਚੇ ਆਂਸਰ ਹੋਗਾ ਸਟੈਪ ਬਾਈ ਸਟੈਪ, ਕੋਈ ਡਰਨਾ ਨਹੀਂ। ਹੁਣ ਰੇਨ ਅਲੋਂਗ ਦਾ ਪਾਰਟਿੰਗਸ, ਠੀਕ ਹੈ, ਦਾ ਜੁਆਇੰਟਸ ਐਂਗਲਸ ਟੂ ਦੈਮ, ਕੋਈ ਨਾ ਰੇਨ ਵਾਟਰ ਮਿਲ ਗਿਆ, ਵੈਰੀ ਗੁੱਡ। ਨਾਲ ਦੀ ਨਾਲ ਆਂਸਰ ਪਏ ਨੇ। ਹੁਣ ਆ ਗਿਆ ਟ੍ਰਿਕਲਿੰਗ ਦਾ ਸਿਨੋਨਿਮ ਹੈ ਪੈਰਕੂਲੇਟਸ, ਰਿਸਨਾ ਜਿਹਨੂੰ ਆਪਾਂ ਕਹਿੰਦੇ ਆ, ਪੈਰਕੂਲੇਟਸ ਇਜ਼ ਅ ਸਿਨੋਨਿਮ ਆਫ ਟ੍ਰਿਕਲਿੰਗ, ਠੀਕ ਹੈ। ਰੇਨ ਵਾਟਰ ਪੈਰਕੂਲੇਟਸ ਡਾਊਨ ਥਰੂ ਦਾ ਸੋਇਲ ਵੀ ਮਿਲ ਗਿਆ ਐਂਡ ਦ ਫ੍ਰੈਕਚਰਸ ਇਨ ਦਾ ਅੰਡਰਲਾਈਂਗ ਰੌਕਸ ਟੂ ਦਾ ਵਾਟਰ ਟੇਬਲ। ਇਹ ਕੀ ਕਰਦਾ ਹੈ, ਫ੍ਰੈਕਚਰਸ ਕਰਦਾ ਹੈ ਡੈਫੀਨੇਟਲੀ, ਸੋਇਲ ਐਂਡ ਦਾ ਫ੍ਰੈਕਚਰਸ। ਆ ਜਾਓ ਆਂਸਰ ਕੀ ਆ ਗਿਆ ਬੱਚੇ ਉਰੇ, ਫਿਫਥ ਦਾ ਆਂਸਰ ਆਪਣਾ ਬਣ ਗਿਆ ਸੋਇਲ ਐਂਡ ਫ੍ਰੈਕਚਰ ਕਰਦਾ ਹੈ ਇਨ ਰੌਕਸ, ਰੌਕਸ ਨੂੰ ਫ੍ਰੈਕਚਰ ਕਰ ਦਿੰਦਾ, ਤੋੜ ਦਿੰਦਾ। ਹੁਣ ਇਹ ਥੋੜਾ ਕਿਸੇ ਪ੍ਰੋਬਲਮ ਕਰਕੇ ਨਾ ਇਹ ਵਰਡ ਕੱਟੀ ਜਾ ਰਹੇ ਨੇ, ਮੈਨੂੰ ਇਹਦਾ ਸੌਫਟਵੇਅਰ ਦਾ ਨਹੀਂ ਪਤਾ ਲੱਗ ਰਿਹਾ, ਠੀਕ ਹੈ, ਪਰ ਕੋਈ ਵਰੀ ਨਹੀਂ ਹੈਗਾ। ਹੁਣ ਆਪਾਂ ਇਸ ਤੋਂ ਅੱਗੇ ਕੀ ਲੱਭਣਾ, ਜਿੱਥੇ ਟੇਬਲ ਐਸਿਡਿਕ ਵਾਟਰ ਮਿਲ ਜੇ, ਡਿਜ਼ੋਲਵ ਲਾਈਮਸਟੋਨ ਮਿਲ ਜੇ ਤੇ ਵਨਸ ਡੈਸ਼ ਓਪਨਡ, ਇੱਕ ਵਾਰ ਕਿਹੜੀ ਚੀਜ਼ ਓਪਨ ਹੋ ਜੇ ਤੇ ਆਂਸਰ ਬਿਲਕੁਲ ਇਹ ਤੋਂ ਨੀਚੇ ਹੋਊਗਾ, ਡਰਨਾ ਕੁਝ ਨਹੀਂ ਹੈਗਾ। ਆਪਣਾ ਫ੍ਰੈਕਚਰ ਤੱਕ ਲੱਭ ਗਿਆ ਸੀਗਾ, ਹਲੋ ਮੈਨੂੰ ਕਦਰ ਕਰਦਾ ਨਾ। ਹੁਣ ਇਸ ਤੋਂ ਨੀਚੇ ਦੇਖੋ ਅੰਡਰਲਾਈਂਗ ਰੌਕਸ ਟੂ ਦਾ ਵਾਟਰ ਟੇਬਲ ਮਿਲ ਗਿਆ, ਆਲ ਕੈਵਿਟੀਜ਼ ਪੋਰਸ ਫਿਲਡ ਵਾਟਰ ਨਹੀਂ, ਦਿਸ ਵਾਟਰ ਵਿੱਚ ਯੂਜ਼ਲੀ ਐਸਿਡਿਕ, ਦੇਖੋ ਐਸਿਡਿਕ ਦੀ ਲੋਕੇਸ਼ਨ ਆ ਗਈ ਆਪਣੇ ਕੋਲੇ, ਡਿਸੋਲਵ ਦਾ ਲਾਈਮਸਟੋਨ ਵੀ ਮਿਲ ਗਿਆ ਅਲੋਂਗ ਦਾ ਜੁਆਇੰਟਸ, ਵਨਸ ਅ ਪੈਸੇਜ ਇਜ਼ ਓਪਨਡ, ਤਾਂ ਵਨਸ ਅ ਡੈਸ਼ ਇਜ਼ ਓਪਨਡ ਲਿਖਿਆ ਸੀ ਤਾਂ ਸਾਹਮਣੇ ਆਂਸਰ ਪਿਆ, ਦੈਟ ਇਜ਼ ਕਾਲਡ ਅ ਪੈਸੇਜ। ਇਹ ਬਹੁਤ ਜ਼ਿਆਦਾ ਸੌਖੇ ਹੁੰਦੇ ਨੇ, ਬਸ ਇੱਕ ਕਰਨ ਦਾ ਤਰੀਕਾ ਚਾਹੀਦਾ ਆਪਾਂ ਨੂੰ। ਤਾਂ ਆਪਣਾ ਆਂਸਰ ਕੀ ਬਣ ਗਿਆ, ਵਨਸ ਅ ਪੈਸੇਜ ਇਜ਼ ਓਪਨਡ। ਇਹ ਨਾ ਸੌਫਟਵੇਅਰ ਕਰਕੇ ਬਾਕੀ ਦੇ ਅੱਖਰ ਕੱਟ ਰਹੇ ਹੈਗੇ, ਤਾਂ ਆਪਣਾ ਜਿਹੜਾ ਆਂਸਰ ਹੈ ਵਨਸ ਅ ਪੈਸੇਜ ਇਜ਼ ਓਪਨਡ। ਹੁਣ ਆਪਾਂ ਨੂੰ ਕੀ ਚਾਹੀਦਾ, ਐਕਸਟੈਂਡਡ ਬਾਈ ਸੈਂਡ ਪੀਬਲ ਟੇਕਨ ਅਲੋਂਗ ਬਾਈ, ਟੇਕਨ ਅਲੋਂਗ ਬਾਈ ਕੀ ਲੈ ਕੇ ਜਾਂਦੇ ਨੇ ਸੈਂਡ ਤੇ ਪੀਬਲ। ਆ ਜਾਓ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਸਮਝਾ ਰੱਖਿਆ ਹੈਗਾ, ਸਭ ਤੋਂ ਸੌਖੇ ਹੁੰਦੇ ਨੇ। ਆ ਦੇਖੋ ਪੈਸੇਜ ਇਜ਼ ਓਪਨ, ਆਰ ਤੱਕ ਆਪਾਂ ਨੇ ਲੱਭ ਲਿਆ ਸੀਗਾ। ਫਲੋ ਚਾਰਟ ਸਭ ਤੋਂ ਸੌਖਾ ਹੁੰਦਾ ਹੈਗਾ, ਸਟੈਪ ਬਾਈ ਸਟੈਪ ਆਉਂਦੇ ਨੇ, ਉੱਪਰ ਤੋਂ ਇੱਕ ਪੈਰੇ 'ਚ ਸਾਰੇ ਆਂਸਰ ਲੱਭੇ ਨੇ, ਘੱਟੋ ਘੱਟ 1 ਔਰ 1.5 ਬੈਂਡ ਤੁਹਾਨੂੰ ਇੱਥੋਂ ਗੈਟ ਹੋ ਜਾਂਦੇ ਨੇ। ਹੁਣ ਆਪਾਂ ਟੇਕਨ ਅਲੋਂਗ ਬਾਈ ਦੇਖਣਾ, ਠੀਕ ਆ। ਐਨਲਾਰਜਡ ਬਾਈ ਦਾ ਐਬਰੀਵੇਸ਼ਨ ਸੈਂਡ ਐਂਡ ਪੀਬਲਸ, ਦੇਖੋ ਸੈਂਡ ਐਂਡ ਪੀਬਲ ਆ ਗਿਆ, ਕੈਰਿਡ ਬਾਈ, ਕੈਰਿਡ ਟੇਕਨ ਅਲੋਂਗ ਬਾਈ ਇਜ਼ ਅ ਸਿਨੋਨਿਮ, ਕਿਉਂਕਿ ਆਂਸਰ ਸਿਨੋਨਿਮਸ ਹੁੰਦੇ ਨੇ। ਸੈਂਡ ਤੇ ਪੀਬਲ ਮਿਲ ਗਿਆ, ਕੈਰਿਡ ਕਰਦੇ ਨੇ, ਟੇਕਨ ਅਲੋਂਗ ਬਾਈ ਹੋ ਗਿਆ, ਕੀ ਕਰਦੇ ਨੇ, ਸਟਰੀਮਸ, ਸਟਰੀਮਸ ਹੁੰਦੇ ਨੇ ਨਦੀ ਦੇ ਵਹਾਅ ਨੂੰ ਚੇਂਜ ਕਰਨਾ। ਤਾਂ ਆ ਦੇਖੋ ਔਰ ਕੀ ਹੋ ਗਿਆ ਸੀ, ਐਕਸਟੈਂਡਡ ਬਾਈ ਸੈਂਡ ਪੀਬਲਸ ਵੀ ਮਿਲ ਗਿਆ, ਟੇਕਨ ਅਲੋਂਗ ਬਾਈ ਨੂੰ ਆਪਾਂ ਨੇ ਕੀ ਕਰਤਾ, ਦੈਟ ਇਜ਼ ਕਾਲਡ ਆਪਣਾ ਆ ਰਿਹਾ ਦੇਖੋ ਸੈਂਡ ਦਾ ਸੈਂਡ ਪੀਬਲ, ਟੇਕਨ ਅਲੋਂਗ ਬਾਈ ਨੂੰ ਉੱਥੇ ਕੈਰਿਡ ਬਾਈ ਲਿਖਤਾ, ਤਾਂ ਆਂਸਰ ਆ ਗਿਆ ਆਪਣਾ ਸਟਰੀਮਸ। ਸਟਰੀਮ ਹੁੰਦਾ ਹੈ ਨਦੀ ਦੇ ਵਹਾਅ ਨੂੰ ਚੇਂਜ ਕਰਨਾ। ਹੁਣ ਲਾਸਟ ਕੁਐਸਚਨ ਹੈ, ਥੋੜਾ ਟਿਪੀਕਲ ਹੈ ਬਾਕੀਆਂ ਨਾਲੋਂ, ਬਾਕੀ ਸਾਰੇ ਉੱਪਰੇ ਪਏ ਨੇ ਆਂਸਰ ਆਪਣੇ ਕੋਲੇ। ਡੈਸ਼ ਔਰ ਸਿਲਟ ਐਂਡ ਪੀਬਲ ਅਕਮੂਲੇਸ਼ਨ ਚੇਂਜ ਦਾ ਸਟਰੀਮ ਕੋਰਸ, ਆਪਾਂ ਨੂੰ ਡੈਸ਼ ਤੇ ਸਿਲਟ ਚਾਹੀਦਾ ਜਿਹੜਾ ਅਕਮੂਲੇਸ਼ਨ ਕਰਦਾ ਚੇਂਜਿਸ ਦਾ ਸਟਰੀਮ ਕੋਰਸ। ਆ ਜਾਓ ਫਾਈਂਡ ਕਰਾਉਣਾ ਮੈਂ, ਆਪਾਂ ਕਿੱਥੇ ਤੱਕ ਲੱਭ ਲਿਆ ਸੀ, ਇੱਥੇ ਤੱਕ ਕੈਰਿਡ ਬਾਈ ਸਟਰੀਮ ਤੱਕ, ਹੈ ਨਾ। ਇਸ ਤੋਂ ਬਾਅਦ ਆ ਜਾਓ the extensive solution takes place between the sensational limits of the water, ਕੁਝ ਨਹੀਂ ਉਹ ਆਂਸਰ ਸਟਾਰਟ ਹੈ। erosion may continue to cut down into the floor or silt the pebble, ਮਤਲਬ ਕਿ ਆਪਾਂ ਨੂੰ ਇਹ ਪਤਾ ਲੱਗਿਆ ਵੀ or silt ਇਹ ਤੋਂ ਉੱਪਰ ਆਂਸਰ ਹੈ ਮੇਰਾ, ਇਹਨਾਂ 'ਚ ਆਂਸਰ ਹੈ। ਹੁਣ ਫਲੋਰ ਔਰ ਸਿਲਟ ਨਹੀਂ ਬਣ ਸਕਦਾ ਆਂਸਰ, ਕਿਉਂਕਿ ਡਾਊਨ ਨਹੀਂ ਹੋ ਸਕਦਾ, ਕੰਟੀਨਿਊ ਹੋ ਸਕਦਾ, ਤਾਂ ਆਪਣਾ ਇੱਕ ਮੇਨ ਵਰਡ ਰਹਿ ਗਿਆ, ਦੈਟ ਇਜ਼ ਕਾਲਡ ਇਰੋਜ਼ਨ। ਇਰੋਜ਼ਨ ਔਰ ਸਿਲਟ ਐਂਡ ਪੀਬਲ ਮੇ ਬਿਲਡ ਅਪ ਫਲੋਰਸ ਐਂਡ ਡਾਇਵਰਟ ਦਾ ਸਟਰੀਮ ਕੋਰਸ, ਤਾਂ ਡੈਫੀਨੇਟਲੀ ਜਿਹੜਾ ਲਾਸਟ ਆਂਸਰ ਹੈ ਦੈਟ ਇਜ਼ ਕਾਲਡ ਆਪਣਾ ਇਰੋਜ਼ਨ। ਇਰੋਜ਼ਨ ਹੁੰਦਾ ਕਿਸੇ ਵੀ ਚੀਜ਼ ਦਾ ਖੁਰਨਾ। ਤੁਸੀਂ ਇੱਕ ਗੱਲ ਯਾਦ ਰੱਖੋ, ਐਗਜ਼ਾਮ ਦੇ ਵਿੱਚ ਜੇ ਤੁਹਾਨੂੰ ਫਲੋ ਟਾਈਪ ਫਿਲ ਇਨ ਦਾ ਬਲੈਂਕ ਆ ਗਈਆਂ, ਤੁਸੀਂ ਸੈਕਿੰਡਸ ਦੇ ਹਿਸਾਬ ਨਾਲ ਬੜੇ ਸੌਖੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ, ਤੇ ਪੁੱਤ ਬਹੁਤ ਜ਼ਿਆਦਾ ਸੌਖਾ ਹੈਗਾ, ਕਿਸੇ ਨੂੰ ਡਰਨ ਦੀ ਲੋੜ ਨਹੀਂ। ਮੈਂ ਕੋਈ ਫਾਲਤੂ ਡਿਸਕਸ਼ਨ ਨਹੀਂ ਕੀਤਾ, ਤੇ ਬੜੇ ਸਾਫ਼ ਤੇ ਸੌਖੇ ਤਰੀਕੇ ਨਾਲ ਤੁਹਾਨੂੰ ਫਿਲ ਇਨ ਦਾ ਬਲੈਂਕ ਕਰਾਈਆਂ ਨੇ। ਫਸਟ 3 ਫਿਲ ਇਨ ਦਾ ਬਲੈਂਕ ਕਿਵੇਂ ਕਰਾਈਆਂ, ਪੂਰੀ ਲਾਈਨ ਦੇ ਵਿੱਚੋਂ ਮੇਨ ਵਰਡ ਚੱਕੇ, ਲੋਕੇਸ਼ਨ ਤੇ ਗਏ, ਆਪਾਂ ਦੇਖ ਲਿਆ ਵੀ ਮੇਰਾ ਆਂਸਰ ਇਹਦੇ ਤੱਕ ਆ, ਆਪਾਂ ਉਹ ਚੋਂ ਆਂਸਰ ਕੱਢ ਸਕਦੇ ਹਾਂ ਬੜੇ ਆਰਾਮ ਨਾਲ। ਤੇ ਸੈਕਿੰਡ ਨੰਬਰ ਤੇ ਆਪਾਂ ਕੀ ਕੀਤਾ ਪੁੱਤ, ਆਪਾਂ ਜਿਹੜਾ ਫਲੋ ਸੀਗਾ ਆਪਾਂ ਅਰਥ ਦੇਖਿਆ, ਕਿੱਥੇ ਅਰਥ ਦੀ ਟਾਕ ਹੈ, ਉਸ ਤੋਂ ਬਾਅਦ ਨੀਚੇ ਨੀਚੇ ਸਾਰੇ ਆਂਸਰ ਸੀ। ਬਸ ਫਰਕ ਦੇਖੋ ਤੁਹਾਨੂੰ ਮੈਂ ਕਿਤੇ ਕਿਤੇ ਮੇਨ ਚੀਜ਼ਾਂ ਦੱਸ ਦਿੰਦਾ, ਤੇ ਕੀਵਰਡਸ ਕੀ ਸੀ, ਜਿਵੇਂ ਆਪਣਾ ਅਰਥ ਮੂਵ ਕ੍ਰੀਏਟਿੰਗ ਪਾਰਟਿੰਗਸ, ਠੀਕ ਹੈ, ਨਾਰਮਲ ਸੀਗਾ। ਜਸਟ ਵੇਟ ਮੈਂ ਤੁਹਾਨੂੰ ਇਹਦੇ ਕੀਵਰਡ ਦੇਣਾ। ਅਰਥ ਮੂਵ ਮਿਲ ਗਿਆ ਸੀ, ਕ੍ਰੀਏਟਿੰਗ ਮਿਲ ਗਿਆ, ਕ੍ਰੀਏਟਿੰਗ ਦੀ ਅਗਰ ਕਾਜ਼ਿਸ ਪਾਤਾ ਸੀ ਉਹਨੇ, ਠੀਕ ਹੈ। ਆਪਾਂ ਨੂੰ ਮਿਲ ਗਿਆ ਸੀਗਾ ਇੱਥੇ, ਇਹਦਾ ਆਂਸਰ ਸੀਗਾ ਮੈਨੂੰ ਲੱਗਦਾ ਅਰਥ ਕੀ ਕਰਦੇ ਸੀ, ਜਸਟ ਮੇਰੇ ਮਾਈਂਡ ਤੋਂ ਸਲਿਪ ਹੋ ਗਿਆ, ਔਰ ਹੋਣਾ, ਠੀਕ ਹੈ, ਕ੍ਰੈਕਸ ਹੋਣੇ ਮੈਨੂੰ ਲੱਗਦਾ, ਹੈ ਨਾ, ਜਸਟ ਇਟ। ਔਰ ਆਂਸਰ ਸੀ ਆਪਣਾ ਥਿਕਨੈਸ ਪਿਓਰ ਆ ਰਿਹਾ, ਅਰਥ ਮੂਵਮੈਂਟ ਕਾਜ਼ਿਸ ਕ੍ਰੈਕਸ, ਆਪਣਾ ਫਸਟ ਆਂਸਰ ਕ੍ਰੈਕਸ ਕੱਢਿਆ ਸੀ ਆਪਾਂ ਨੇ।
ਉਸ ਤੋਂ ਬਾਅਦ ਪੁੱਤ ਆਪਾਂ ਨੇ ਆਨਸਰ ਕੱਢਿਆ, ਦੇਖੋ ਰੇਨ ਵਾਟਰ ਦਾ ਮਿਲ ਗਿਆ, ਜਿੱਥੇ ਟ੍ਰਿਕਲਿੰਗ ਸੀਗਾ ਉੱਥੇ ਪੈਰਕੂਲੇਟਸ ਮਿਲ ਗਿਆ ਸੀ ਸਿਨੋਨਿਮ, ਸੋਇਲ ਸਾਰਾ ਮਿਲ ਗਿਆ ਸੀ ਐਂਡ ਡੈਸ਼ ਫ੍ਰੈਕਚਰ ਇਨ ਰੌਕਸ ਮਿਲ ਗਿਆ ਸੀ, ਵਾਟਰ ਐਸਿਡਿਕ ਟੇਬਲ ਲੰਘ ਗਿਆ, ਜੁਆਇੰਟਸ ਲੰਘ ਗਏ, ਵਨਸ ਡੈਸ਼ ਇਜ਼ ਓਪਨ ਸ਼ਰੇਆਮ ਆਨਸਰ ਉੱਪਰ ਪਿਆ ਸੀ, ਐਕਸਟੈਂਡਡ ਬਾਈ ਪੀਪਲ ਮਿਲ ਗਏ ਸੀ ਪਰ ਉਰੇ ਟੇਕਨ ਅਲੋਂਗ ਬਾਈ ਉੱਥੇ ਕੈਰਿਡ ਬਾਈ ਸੀਗਾ, ਸਾਰਾ ਸੇਮ ਸੀਗਾ, ਤੇ ਡੈਸ਼ ਔਰ ਸਿਲਟ ਸੀਗਾ ਤਾਂ ਇਰੋਜ਼ਨ ਔਰ ਸਿਲਟ ਆਪਾਂ ਨੂੰ ਪ੍ਰੋਪਰਲੀ ਬਹੁਤ ਵਧੀਆ ਤਰੀਕੇ ਨਾਲ ਆਨਸਰ ਨੇ ਜਿਹੜੇ ਫਿਲ ਇਨ ਦਾ ਬਲੈਂਕ ਕਰਵਾਏ ਨੇ। ਮੈਂ ਉਮੀਦ ਕਰੂੰਗਾ ਕਿ ਮੈਂ ਜਿਸ ਤਰੀਕੇ ਨਾਲ ਸਮਝਾਏ ਨੇ, ਲੋਕੇਸ਼ਨ ਤੇ ਜਾਣਾ ਸਿਖਾਇਆ ਤੇ ਆਨਸਰ ਕੱਢਣਾ ਸਿਖਾਇਆ, ਤੁਸੀਂ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ ਹੋਊਗਾ ਤੇ ਅੱਜ ਤੋਂ ਬਾਅਦ ਤੁਹਾਨੂੰ ਕਦੇ ਫਿਲ ਇਨ ਦਾ ਬਲੈਂਕ 'ਚ ਕਦੇ ਪ੍ਰੋਬਲਮ ਨਹੀਂ ਆਉਂਦੀ। ਆਪਣੇ ਇੰਸਟੀਟਿਊਟ 'ਚ ਕਿਤੇ ਵੀ ਬੈਠੇ ਹੋ ਨਾ, ਤੁਸੀਂ ਮੇਰੇ ਇਸ ਮੈਥਡ ਨੂੰ ਅਪਲਾਈ ਕਰਕੇ ਦੇਖਿਓ, ਚਾਹੇ ਕੋਈ ਜਰਨਲ ਦਾ ਚਾਹੇ ਕੋਈ ਐਕੈਡੈਮਿਕ ਦਾ, ਤੁਹਾਡਾ ਐਗਜ਼ਾਮ 110% ਕਲੀਅਰ ਹੋ ਜਾਊਗਾ। ਫਿਰ ਵੀ ਜੇ ਮੇਥੋਂ ਪੜ੍ਹਾਉਣ 'ਚ ਕੋਈ ਵੀ ਮਿਸਟੇਕ ਹੋਈ ਹੋਵੇ ਤਾਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦਾ, ਪਰ ਮੈਂ ਜਿੰਨਾ ਪੜ੍ਹਾਇਆ ਆਪਣੇ ਦਿਲੋਂ ਪੜ੍ਹਾਇਆ ਤੇ ਮੈਂ ਉਮੀਦ ਕਰੂੰਗਾ ਤੁਹਾਡੇ ਐਗਜ਼ਾਮ ਨੂੰ ਕਲੀਅਰ ਕਰਨ ਦੇ ਵਿੱਚ ਤੁਹਾਡੇ ਲਈ ਇਹ ਪੂਰਾ ਬੈਨੀਫੀਸ਼ੀਅਲ ਹੋਏਗਾ। ਥੈਂਕ ਯੂ ਵੈਰੀ ਮਚ, ਲਵ ਯੂ, ਟੇਕ ਕੇਅਰ, ਗੁੱਡ ਬਾਏ।